बहुत वड्डी गिनती च लोग इन्हां बार्डरां ते मौजूद सी। पैर रखण नूं जगह नहीं सी। एक वो भी समा सी किसान संघर्ष का। वो सरीरक तौर पर बहुत वड्डा प्रैशर सीगा। अज मानसिक तौर पर सोशल मीडिया के तौर पर विदेशों के विचों जिद्दां स्टेटमेंटां आ रही, मेल आ रही, उधरों विदेशों चों भी प्रैशर पाया जा रहा। प्रैशर अज भी है तो प्रधानमंत्री नरेंद्र मोदी वालों सीधे तौर पर ऐलान करना खुशी की गल तो है, क्योंकि 700 बंदे की कुर्बानी हुई है, संघर्ष फतेह हो रहा। पर इनके कुछ होर भी की अर्थ कढ़े जा सकते हैं? कोई सियासी हाव भाव जां इहनूं तुसीं किवें लैंदे? क्योंकि भारत की स्थिति इस तरीके दा बनी हुई पई आ भी ये चार छफेरे जिहड़े हमले हो रहे आ, जिहड़ा इस वेले चीन आ वो सब तो बड़ा खतरा हिंदुस्तान नूं जापदा आ। भाई लालो दे घर गुरु साहब गए सी ते मलक भागो दा हंकार टुटिया सी। इस देश विच धारा 370 ला लो, सिटीजन कानून ला लो, होर तरह तरह के जो भी इत्थे कानून थोपे जा रहे आ, वो लोकां दे विच एक इमेज बन गया सी भी ये ਜਿਹੜਾ ਆ ਮੈਜੋਰਿਟੀ ਦੀ ਸਰਕਾਰ ਆ ਤੇ ਇਹ ਦਬ ਨਹੀਂ ਸਕਦਾ। ਪਰ ਉਸ ਮਲਕ ਭਾਗੋ ਵਾਂਗ ਜਿਵੇਂ ਉਹਦਾ ਹੰਕਾਰ ਟੁੱਟਿਆ ਸੀ, ਨਰਿੰਦਰ ਮੋਦੀ ਦਾ ਵੀ ਹੰਕਾਰ ਟੁੱਟਿਆ। ਉਹਨੂੰ ਇਸ ਦੇ ਵਿੱਚ ਮੁਆਫੀ ਵੀ ਮੰਗਣੀ ਪਈ ਦੇਸ਼ ਵਾਸੀਆਂ ਤੋਂ, ਔਰ ਇਹ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਦਾ ਜਿਹੜਾ ਉਹਦਾ ਇੱਕ ਹੰਕਾਰ ਟੁੱਟਣਾ। ਦੂਜਾ, ਇਸ ਦੇਸ਼ ਦੀ ਕੌਮੀ ਸੁਰੱਖਿਆ ਦੇ ਵਿੱਚ ਜਦੋਂ ਵੀ ਲੋੜ ਪਈ ਆ, ਜਦੋਂ ਦੇ ਦੇਸ਼ ਆਜ਼ਾਦ ਹੋਇਆ ਉਹਦੇ ਵਿੱਚ ਸਿੱਖ ਪੰਜਾਬੀ ਅੱਗੇ ਹੋ ਕੇ ਲੜੇ ਆ। ਤੇ ਸ਼ਾਇਦ ਇਹ ਵੀ ਇੱਕ ਕਾਰਨ ਸੀ ਵੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਇਹਨੂੰ ਐਲਾਨ ਕਰਨਾ ਵੀ ਉਹਦਾ ਇੱਕ ਹਿੱਸਾ ਆ। ਧਾਰਾ 370 ਦਾ ਮਾਮਲਾ ਹੈਗਾ, ਕੁਛ ਹੋਰ ਹੈ। ਉਹਨਾਂ ਨੇ ਵੀ ਸੰਘਰਸ਼ ਕੀਤੇ ਹੈ, ਉਹਨਾਂ ਦੀਆਂ ਵੀ ਜਾਨਾਂ ਵੀ ਗਈਆਂ, ਕੁਰਬਾਨੀਆਂ ਵੀ ਕੀਤੀਆਂ, ਸ਼ਹੀਦੀਆਂ ਵੀ ਹੋਈਆਂ ਨੇ, ਝਪਟਾਂ ਵੀ ਹੋਈਆਂ ਨੇ ਸੇਮ ਕਿਸਾਨ ਮੋਰਚੇ ਕੋ। ਪਰ ਉਹਨਾਂ ਦੇ ਮਸਲੇ ਹੱਲ ਨਹੀਂ ਹੋਏ। ਇਹ ਮਸਲਾ ਹੱਲ ਹੋ ਗਿਆ, ਇਹਨੂੰ ਤੁਸੀਂ ਕਿਵੇਂ ਦੇਖਦੇ? ਚਾਹੇ ਹੁਣ ਗਿਣਤੀ ਘਟ ਵੀ ਗਈ ਸੀ, ਪਰ ਸਾਡੀਆਂ ਆਤਮਾਵਾਂ, ਚਾਹੇ ਉਹ ਪੰਜਾਬ 'ਚ ਬੈਠੇ ਸੀ, ਚਾਹੇ ਉਹ ਵਿਦੇਸ਼ ਅਮਰੀਕਾ ਕੈਨੇਡਾ ਕਿਸੇ ਵੀ ਥਾਂ ਤੇ ਬੈਠੇ ਸੀ, ਸਾਡੀਆਂ ਪੰਜਾਬੀਆਂ ਦੀਆਂ ਆਤਮਾਵਾਂ ਇੱਥੇ ਮੋਰਚੇ ਦੇ ਉੱਪਰ ਹੀ ਸੀ। ਸੋ ਉਹਨਾਂ ਨੂੰ ਪਤਾ ਸੀ ਵੀ ਜੇ ਇੱਥੇ ਗਿਣਤੀ ਘੱਟ ਵੀ ਆ, ਪਰ ਅਸੀਂ ਇਹਨਾਂ ਨੂੰ ਹਿਲਾ ਨਹੀਂ ਸਕਦੇ ਕਿਸਾਨਾਂ ਨੂੰ। ਇਸ ਕਰਕੇ ਜਿਹੜਾ ਜਿੱਤ ਦਾ ਵੱਡਾ ਕਾਰਨ ਆ ਵੀ ਇਹ ਸਬਰ ਦੀ ਜਿੱਤ ਆ, ਔਰ ਸਾਨੂੰ ਰੱਬ ਤੇ ਯਕੀਨ ਸੀ ਕਿ ਉਹ ਸਾਡੇ ਤੇ ਸਹਾਈ ਹੋਣਗੇ। ਤਾਂ ਭਾਰਤ ਪੱਖੀ ਜਿਹੜਾ ਮੀਡੀਆ ਹੈਗਾ, ਬੀਜੇਪੀ ਪੱਖੀ ਮੀਡੀਆ, ਉਹ ਸਦਾ ਹੀ ਕਹਿੰਦਾ ਸੀ ਮੋਦੀ ਹੈ ਤਾਂ ਮੁਮਕਿਨ ਹੈ, ਹਰ ਹਰ ਮੋਦੀ, ਘਰ ਘਰ ਮੋਦੀ। ਉਹ ਕਹਿੰਦੇ ਸੀ ਮੋਦੀ ਇੱਕ ਅਜਿਹੀ ਸ਼ੈ ਆ ਬਈ ਜਦੋਂ ਉਹ ਹੈਗਾ ਤਾਂ ਕੁਛ ਵੀ ਹੈ, ਬਸ ਉਹ ਪਿੱਛੇ ਨਹੀਂ ਹਟਦਾ ਜੀ। ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗਾ ਹਮਲਾ ਕਰਦਾ ਸੀ ਤਾਂ ਅਸੀਂ ਗੁਰੀਲਾ ਵਾਰ ਸ਼ੁਰੂ ਕੀਤੀ। ਹਰੇਕ ਸਮੇਂ ਹਰੇਕ ਲੜਾਈ ਦਾ ਇੱਕ ਪੈਂਤੜਾ ਹੁੰਦਾ ਆ। ਜਦੋਂ ਅਸੀਂ ਉਹ ਗੁਰੀਲਾ ਲੜਾਈ ਸ਼ੁਰੂ ਕਰਕੇ ਅਬਦਾਲੀ ਦਾ ਮੂੰਹ ਤੋੜਿਆ, ਆਖਰ ਉਸ ਦੇਸ਼ ਪੰਜਾਬ ਤੋਂ ਇਸ ਹਿੰਦੁਸਤਾਨ ਤੇ ਹੁੰਦੇ ਹੋਏ ਹਮਲੇ ਅਸੀਂ ਐਨ ਪਰਮਾਨੈਂਟ ਮਹਾਰਾਜਾ ਰਣਜੀਤ ਸਿੰਘ ਨੇ ਬੰਦ ਕਰ ਦਿੱਤੇ, ਔਰ ਖੈਬਰ ਦਰੇ ਤੱਕ ਖਾਲਸਾਈ ਝੰਡੇ ਝੁਲਾਏ ਗਏ, ਔਰ ਅਟਕ ਦਰਿਆ ਨਹੀਂ ਸਿੱਖਾਂ ਨੂੰ ਰੋਕ ਸਕੇ। ਔਰ ਇਹ ਪਾਣੀ ਦੀਆਂ ਵਿਛਾੜਾਂ ਜਾਂ ਇਹ ਜਦੋਂ ਸੜਕਾਂ ਪੱਟਦੇ ਸੀ ਮੂਹਰੇ ਹਾਈਵੇ, ਅਸੀਂ ਪੱਟ ਕੇ ਵੀ ਇਹਨਾਂ ਕਿਸਾਨਾਂ ਨੂੰ ਰੋਕ ਲਈਏ। ਉਹ ਇਹਨਾਂ ਨੂੰ ਇਹ ਨਹੀਂ ਸੀ ਪਤਾ ਜਿਨ੍ਹਾਂ ਨੂੰ ਅਟਕ ਦਰਿਆ ਨਹੀਂ ਰੋਕ ਸਕੇ, ਇਹਨਾਂ ਦੀਆਂ ਪਾਣੀ ਦੀਆਂ ਵਿਛਾੜਾਂ ਕੀ ਰੋਕ ਸਕਦੇ ਸੀ। ਭਾਰਤੀ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। ਜਦੋਂ ਲੱਖਾਂ ਦੀ ਗਿਣਤੀ 'ਚ ਲੋਕ ਦਿੱਲੀ ਦੇ ਬਾਰਡਰਾਂ ਤੇ ਪਹੁੰਚੇ ਹੋਏ ਸੀ, ਭਾਰਤੀ ਹਕੂਮਤ ਦੇ ਨੱਕ ਦੇ ਵਿੱਚ ਦਮ ਕੀਤਾ ਹੋਇਆ ਸੀ, ਬਹੁਤ ਤਿੱਖੀਆਂ ਝੜਪਾਂ ਹੋ ਰਹੀਆਂ ਸੀ, ਤਾਂ ਉਸ ਵਕਤ ਭਾਰਤੀ ਪ੍ਰਧਾਨ ਮੰਤਰੀ ਔਰ ਉਹਨਾਂ ਦੇ ਜਿਹੜੇ ਕਿ ਵਜ਼ੀਰ ਹੈਗੇ ਆ ਉਹ ਚੁੱਪ ਰਹੇ। ਤਾਂ ਜਿਸ ਵਕਤ ਕਿਸਾਨੀ ਸੰਘਰਸ਼ ਦੇ ਵਿੱਚ ਗਿਣਤੀ ਲੋਕਾਂ ਦੀ ਘਟ ਗਈ ਹੈ, ਉਸ ਵਕਤ ਇਹ ਐਲਾਨ ਦੇ ਕੀ ਮਾਇਨੇ ਹੈ? ਔਰ ਭਰੋਸਾ ਲੋਕਾਂ ਦੇ ਵਿੱਚ ਸੀ, ਦੁਨੀਆ ਭਰ ਤੋਂ ਜਿਹੜਾ ਕਿ ਪ੍ਰਭਾਵ ਜਿਹੜਾ ਹੈਗਾ, ਪ੍ਰੈਸ਼ਰ ਜਿਹੜਾ ਹੈਗਾ ਭਾਰਤੀ ਸਰਕਾਰ ਦੇ ਉੱਤੇ ਸੀ, ਪਰ ਮਾਇਨੇ ਕੀ ਹੈ ਜਦੋਂ ਕੋਈ ਵਿਚੋਲਾ ਪਾਏ ਬਿਨਾ, ਕੋਈ ਜਿਹੜਾ ਕਿ ਵਿੱਚ ਬੰਦਾ ਪਾਏ ਬਿਨਾ, ਕੋਈ ਲੀਡਰ ਪਾਏ ਬਿਨਾ ਸਿੱਧਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਸਾਡੇ ਨਾਲ ਸਿੱਖ ਕਾਰੋਬਾਰੀ ਬਰਜਿੰਦਰ ਸਿੰਘ ਹੁਸੈਨਪੁਰ ਮੌਜੂਦ ਨੇ, ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। KTV ਦੇ ਸਾਰੇ ਦਰਸ਼ਕਾਂ ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਅਤੇ ਜੋ ਇਹ ਤਿੰਨ ਕਾਲੇ ਕਾਨੂੰਨ ਜੋ ਸਾਡੇ ਕਿਸਾਨਾਂ ਤੇ ਥੋਪੇ ਗਏ ਸੀ, ਸਾਡੀ ਕਿਸਾਨੀ ਨੂੰ ਬਰਬਾਦ ਕਰਨ ਦੇ ਲਈ, ਉਹ ਜੋ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਉਹ ਵਾਪਸ ਕਰਦਾ ਹੈ, ਤੇ ਸਾਰੇ ਕਿਸਾਨਾਂ ਨੂੰ, ਦੇਸ਼ ਵਾਸੀਆਂ ਨੂੰ ਇਸ ਦੀਆਂ ਬਹੁਤ ਮੁਬਾਰਕਾਂ। ਤਾਂ ਜਿੱਦਾਂ ਮੈਂ ਸ਼ੁਰੂਆਤ 'ਚ ਬਰਜਿੰਦਰ ਸਿੰਘ ਜੀ ਕਿਹਾ ਕਿ ਜਦੋਂ ਬਹੁਤ ਵੱਡੀ ਗਿਣਤੀ 'ਚ ਲੋਕ ਇਹਨਾਂ ਬਾਰਡਰਾਂ ਤੇ ਮੌਜੂਦ ਸੀ, ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ। ਇੱਕ ਉਹ ਵੀ ਸਮਾਂ ਸੀ ਕਿਸਾਨ ਸੰਘਰਸ਼ ਦਾ।
ਉਹ ਸਰੀਰਕ ਤੌਰ ਤੇ ਬਹੁਤ ਵੱਡਾ ਪ੍ਰੈਸ਼ਰ ਸੀਗਾ। ਅੱਜ ਮਾਨਸਿਕ ਤੌਰ ਤੇ ਸੋਸ਼ਲ ਮੀਡੀਆ ਦੇ ਤੌਰ ਤੇ ਵਿਦੇਸ਼ਾਂ ਦੇ ਵਿੱਚੋਂ ਜਿੱਦਾਂ ਜਿਹੜਾ ਕਿ ਸਟੇਟਮੈਂਟਾਂ ਆ ਰਹੀਆਂ, ਮੇਲ ਆ ਰਹੀਆਂ, ਉੱਧਰੋਂ ਵਿਦੇਸ਼ਾਂ 'ਚੋਂ ਵੀ ਪ੍ਰੈਸ਼ਰ ਪਾਇਆ ਜਾ ਰਿਹਾ। ਪ੍ਰੈਸ਼ਰ ਅੱਜ ਵੀ ਆ, ਪਰ ਲੋਕ ਬਾਰਡਰਾਂ ਤੇ ਜਿਹੜਾ ਕਿਉਂਕਿ ਕੰਮਕਾਰ ਕਰਕੇ ਲੰਮਾ ਸਮਾਂ ਹੋਣ ਕਰਕੇ ਹੋਰ ਕਈ ਕਾਰਨਾਂ ਕਰਕੇ ਘਟ ਗਏ ਸੀਗੇ। ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਧੇ ਤੌਰ ਤੇ ਐਲਾਨ ਕਰਨਾ ਖੁਸ਼ੀ ਦੀ ਗੱਲ ਤੇ ਹੈ, ਕਿਉਂਕਿ 700 ਬੰਦੇ ਦੀ ਕੁਰਬਾਨੀ ਹੋਈ ਹੈ, ਸੰਘਰਸ਼ ਫਤਿਹ ਹੋ ਰਿਹਾ। ਪਰ ਇਹਦੇ ਕੁਝ ਹੋਰ ਵੀ ਕੀ ਅਰਥ ਕੱਢੇ ਜਾ ਸਕਦੇ ਆ? ਕੋਈ ਸਿਆਸੀ ਹਾਵ ਭਾਵ ਜਾਂ ਇਹਨੂੰ ਤੁਸੀਂ ਕਿਵੇਂ ਲੈਂਦੇ? ਦੇਖੋ, ਕਿਸਾਨੀ ਦੇ ਇਸ ਮੋਰਚੇ ਵਿੱਚ ਬਹੁਤਾਤ ਜਾਤ ਪੰਜਾਬੀ ਤੇ ਅਸੀਂ ਸਿੱਖ ਕਹਿ ਸਕਦੇ ਵੀ ਇਸ ਮੋਰਚੇ ਦੇ ਨਾਲ ਜੁੜੇ ਸੀ। ਉਹ ਚਾਹੇ ਇਸ ਦੇਸ਼ ਵਿੱਚ ਬੈਠੇ ਸੀ, ਚਾਹੇ ਵਿਦੇਸ਼ ਵਿੱਚ ਬੈਠੇ ਸੀ, ਕਿਉਂਕਿ ਭਾਰਤ ਦੀ ਸਥਿਤੀ ਇਸ ਤਰੀਕੇ ਨਾਲ ਬਣੀ ਹੋਈ ਪਈ ਆ ਵੀ ਇਹਦੇ ਚਾਰ ਚੁਫੇਰੇ ਜਿਹੜੇ ਹਮਲੇ ਹੋ ਰਹੇ ਆ, ਜਿਹੜਾ ਇਸ ਵੇਲੇ ਚੀਨ ਆ, ਉਹ ਸਭ ਤੋਂ ਵੱਡਾ ਖਤਰਾ ਹਿੰਦੁਸਤਾਨ ਨੂੰ ਜਾਪਦਾ ਆ। ਮੇਰੇ ਖਿਆਲ ਦੇ ਵਿੱਚ ਨਰਿੰਦਰ ਮੋਦੀ ਨੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਜੋ ਇਹ ਐਲਾਨ ਕੀਤਾ, ਉਹ ਇਸ ਕਰਕੇ ਦਿਨ ਚੁਣਿਆ ਗਿਆ ਕਿ ਮੈਂ ਇਸ ਦੇਸ਼ ਦੇ ਵਿੱਚ, ਕਿਉਂਕਿ ਆਪਾਂ ਸਦੀਆਂ ਦਾ ਇਤਿਹਾਸ ਦੇਖੀਏ, ਜਦੋਂ ਗੁਜਰਾਤ ਤੋਂ ਮੰਦਰਾਂ ਦੇ ਦਰਵਾਜ਼ੇ ਵੀ ਲਾ ਕੇ ਲੈ ਜਾਂਦੇ ਸਨ, ਸੋਮਨਾਥ ਦੇ ਮੰਦਰਾਂ ਦੇ, ਤੇ ਪੰਜਾਬੀ ਉਹਨਾਂ ਨੂੰ ਖੋਹ ਕੇ ਦਰਬਾਰ ਸਾਹਿਬ ਦੀ ਦਰਸ਼ਨ ਡਿਊਟੀ ਤੇ ਲਾਇਆ। ਉਹਦਾ ਇਤਿਹਾਸਕ ਸਾਡੇ ਕੋਲ ਸਰੋਤ ਹਨ ਵੀ ਉਹ ਰੱਖ ਲੈਂਦੇ ਸੀ। ਇਸ ਕਰਕੇ ਨਰਿੰਦਰ ਮੋਦੀ ਸ਼ਾਇਦ ਉਹਦੀ ਜੋ ਇੰਟੈਲੀਜੈਂਸ ਦੀ ਇਹ ਇਨਫੋਰਮੇਸ਼ਨ ਆ ਕਿ ਹਿੰਦੁਸਤਾਨ ਦੇ ਵਿੱਚ ਕੌਮੀ ਸੁਰੱਖਿਆ ਨੂੰ ਲੈ ਕੇ ਸਾਨੂੰ ਸਿੱਖਾਂ ਦੇ ਨਾਲ, ਪੰਜਾਬੀਆਂ ਦੇ ਨਾਲ ਸਾਨੂੰ ਨਿਰਾਸ਼ਤਾ ਨਹੀਂ ਕਰਨੀ ਚਾਹੀਦੀ, ਸਾਨੂੰ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਸ਼ਾਇਦ ਇਹ ਇੱਕ ਨਾਲ ਸੁਨੇਹਾ ਸੀ ਜੋ ਕਿ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਵਿਸ਼ੇਸ਼ ਦਿਨ ਤੇ ਇਹ ਐਲਾਨ ਕਰਨਾ। ਔਰ ਦੇਖੋ, ਭਾਈ ਲਾਲੋ ਦੇ ਘਰ ਗੁਰੂ ਸਾਹਿਬ ਗਏ ਸੀ ਤੇ ਮਲਕ ਭਾਗੋ ਦਾ ਹੰਕਾਰ ਟੁੱਟਿਆ ਸੀ। ਇਸ ਦੇਸ਼ ਵਿੱਚ ਧਾਰਾ 370 ਲਾ ਲਓ, ਸਿਟੀਜ਼ਨ ਕਾਨੂੰਨ ਲਾ ਲਓ, ਹੋਰ ਤਰ੍ਹਾਂ ਦੇ ਜੋ ਵੀ ਇੱਥੇ ਕਾਨੂੰਨ ਥੋਪੇ ਜਾ ਰਹੇ ਆ, ਉਹ ਲੋਕਾਂ ਦੇ ਵਿੱਚ ਇੱਕ ਇਮੇਜ ਬਣ ਗਿਆ ਸੀ ਵੀ ਇਹ ਜਿਹੜਾ ਆ ਮੈਜੋਰਿਟੀ ਦੀ ਸਰਕਾਰ ਆ ਤੇ ਇਹ ਦਬ ਨਹੀਂ ਸਕਦਾ। ਪਰ ਉਸ ਮਲਕ ਭਾਗੋ ਵਾਂਗ ਜਿਵੇਂ ਉਹਦਾ ਹੰਕਾਰ ਟੁੱਟਿਆ ਸੀ, ਨਰਿੰਦਰ ਮੋਦੀ ਦਾ ਵੀ ਹੰਕਾਰ ਟੁੱਟਿਆ। ਉਹਨੂੰ ਇਸ ਦੇ ਵਿੱਚ ਮੁਆਫੀ ਵੀ ਮੰਗਣੀ ਪਈ ਦੇਸ਼ ਵਾਸੀਆਂ ਤੋਂ, ਔਰ ਇਹ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਦਾ ਜਿਹੜਾ ਉਹਦਾ ਇੱਕ ਹੰਕਾਰ ਟੁੱਟਣਾ। ਦੂਜਾ, ਇਸ ਦੇਸ਼ ਦੀ ਕੌਮੀ ਸੁਰੱਖਿਆ ਦੇ ਵਿੱਚ ਜਦੋਂ ਵੀ ਲੋੜ ਪਈ ਆ, ਜਦੋਂ ਦੇ ਦੇਸ਼ ਆਜ਼ਾਦ ਹੋਇਆ, ਉਹਦੇ ਵਿੱਚ ਸਿੱਖ ਪੰਜਾਬੀ ਅੱਗੇ ਹੋ ਕੇ ਲੜੇ ਆ। ਤੇ ਸ਼ਾਇਦ ਇਹ ਵੀ ਇੱਕ ਕਾਰਨ ਸੀ ਵੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਇਹਨੂੰ ਐਲਾਨ ਕਰਨਾ ਵੀ ਉਹਦਾ ਇੱਕ ਹਿੱਸਾ ਆ। ਤਾਂ ਬਿਲਕੁਲ ਇਹ ਜਿਹੜੀ ਤੁਹਾਡੀ ਗੱਲ ਹੈ, ਅਸੀਂ ਵੀ ਕੱਲ ਤਾਂ ਜਦੋਂ ਕੋਈ ਚਿੰਤਕਾਂ ਦੇ ਜਿਹੜੇ ਹੈਗੇ ਆ ਉਹ ਹਵਾਲੇ ਪੜ੍ਹਦੇ ਆ, ਉਹਨਾਂ ਦੀਆਂ ਲਿਖਤਾਂ ਪੜ੍ਹਦੇ ਆ, ਤਾਂ ਉਹ ਜਾਪਦੇ ਵੀ ਜਿਹੜਾ ਭਾਰਤੀ ਪ੍ਰਧਾਨ ਮੰਤਰੀ ਆ ਮੋਦੀ, ਉਹ ਸਿੱਖਾਂ ਨੂੰ ਨਿਰਾਸ਼ ਜਿਹੜਾ ਹੈਗਾ ਨਹੀਂ ਕਰਨਾ ਚਾਹੁੰਦਾ ਜਾਂ ਨਿਰਾਸ਼ ਨਹੀਂ ਦੇਖਣਾ ਚਾਹੁੰਦਾ। ਉਹਦੇ ਬੇਸ਼ੱਕ ਉਹ ਮਜਬੂਰੀ ਵਸ ਹੈ, ਕਿਉਂਕਿ ਵਿਸ਼ਵ ਦੇ ਉਹ ਮੁਲਕ ਜਿਹੜੇ ਇਸ ਵਕਤ ਜਿਨ੍ਹਾਂ ਦਾ ਦੁਨੀਆ ਦੇ ਉੱਤੇ ਡੰਕਾ ਬੋਲਦਾ ਹੈ, ਨੰਬਰ 1 ਨੇ, ਉੱਥੇ ਸਿੱਖਾਂ ਦੀ ਜਿਹੜੀ ਆ ਉਹ ਚੜ੍ਹਦੀ ਕਲਾ ਹੈਗੀ ਆ। ਤਾਂ ਭਾਰਤ ਦੇ ਵਿੱਚ ਜਿਹੜੇ ਸਿੱਖ ਲਗਾਤਾਰ ਜਿਹੜਾ ਕੂਕਦੇ ਆ, ਸਿੱਖਾਂ ਦੇ ਨਾਲ ਇੱਥੇ ਧੱਕੇ ਹੁੰਦੇ ਆ, ਕਤਲੇਆਮ ਹੁੰਦਾ ਹੈ, ਬੇਅਦਬੀਆਂ ਹੁੰਦੀਆਂ ਨੇ, ਅਦਾਲਤਾਂ ਤੋਂ ਜਿਹੜਾ ਕਿ ਉੱਥੋਂ ਵੀ ਕਈ ਵਾਰੀ ਇਨਸਾਫ ਵਗੈਰਾ ਨਹੀਂ ਮਿਲਦਾ। ਤਾਂ ਕੀ ਜਾਪਦਾ ਵੀ ਇਹ ਹਾਲਾਂਕਿ ਕਿਸਾਨ ਸੰਘਰਸ਼ ਕੋਈ ਸਿੱਖੀ ਦਾ ਸੰਘਰਸ਼, ਧਾਰਮਿਕ ਸੰਘਰਸ਼ ਨਹੀਂਗਾ, ਪਰ ਸਿੱਖ ਕਿਸਾਨੀ ਜਿਹੜੀ ਹੈ ਇਹ ਸੰਘਰਸ਼ ਦੀ, ਕਿਸਾਨੀ ਮਸਲੇ ਦੀ ਜਿਹੜੀ ਮੋਰਚੇ ਦੀ ਰੀੜ੍ਹ ਦੀ ਹੱਡੀ ਹੈ। ਤਾਂ ਇਹ ਦਿਨ ਚੁਣਨਾ ਸਿੱਧੇ ਤੌਰ ਤੇ ਅਸੀਂ ਇਹੀ ਦੇਖ ਸਕਦੇ ਵੀ ਉਹ ਸਿੱਖਾਂ ਨੂੰ ਖੁਸ਼ ਰੱਖਣਾ ਚਾਹੁੰਦਾ, ਔਰ ਸ਼ਾਇਦ ਤਾਂ ਇਹ ਦਿਨ ਚੁਣਿਆ ਗਿਆ ਵੀ ਆਉਣ ਵਾਲੇ ਕੁਝ ਹੋਰ, ਕਿਉਂਕਿ ਬਹੁਤ ਸਾਰੀਆਂ ਹੋਰ ਕੌਮਾਂ ਦੇ ਉੱਤੇ ਜਿੱਦਾਂ ਧਾਰਾ 370 ਦਾ ਮਾਮਲਾ ਹੈਗਾ, ਕੁਝ ਹੋਰ ਹੈ, ਉਹਨਾਂ ਨੇ ਵੀ ਸੰਘਰਸ਼ ਕੀਤੇ ਹੈ, ਉਹਨਾਂ ਦੀਆਂ ਵੀ ਜਾਨਾਂ ਵੀ ਗਈਆਂ, ਕੁਰਬਾਨੀਆਂ ਵੀ ਕੀਤੀਆਂ, ਸ਼ਹੀਦੀਆਂ ਵੀ ਹੋਈਆਂ ਨੇ, ਝਪਟਾਂ ਵੀ ਹੋਈਆਂ ਨੇ ਸੇਮ ਕਿਸਾਨ ਮੋਰਚੇ ਨੂੰ, ਪਰ ਉਹਨਾਂ ਦੇ ਮਸਲੇ ਹੱਲ ਨਹੀਂ ਹੋਏ। ਇਹ ਮਸਲਾ ਹੱਲ ਹੋ ਗਿਆ, ਇਹਨੂੰ ਤੁਸੀਂ ਕਿਵੇਂ ਦੇਖਦੇ? ਦੇਖੋ, ਇਹ ਇੱਕ ਕਿਸਾਨਾਂ ਦੀ ਸਬਰ ਦੀ ਲੜਾਈ ਵੀ ਸੀ, ਕਿਉਂਕਿ ਜਦੋਂ ਸਿਟੀਜ਼ਨ ਬਿੱਲ ਦਾ ਸੰਘਰਸ਼ ਚੱਲ ਰਿਹਾ ਸੀ ਦਿੱਲੀ ਦੇ ਵਿੱਚ, ਤਾਂ ਉਦੋਂ ਉਹਨਾਂ ਨੇ ਕਰੋਨਾ ਦਾ ਇੱਕ ਕਾਰਨ ਕਰਕੇ ਬਹਾਨਾ ਲਾ ਕੇ ਉਹਨੂੰ ਉਠਾ ਦਿੱਤਾ ਗਿਆ। ਪਰ ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ ਤਰ੍ਹਾਂ ਦੀਆਂ ਦੂਸ਼ਣਬਾਜ਼ੀਆਂ ਵੀ ਹੋਈਆਂ ਕਿਸਾਨਾਂ ਤੇ, ਔਰ ਕਰੋਨਾ ਦਾ ਜੋ ਪਿਛਲੇ ਸਾਲ ਬਹੁਤ ਜਿਹੜਾ ਇਸ ਸਾਲ ਦੇ ਵਿੱਚ ਹੀ ਅਪ੍ਰੈਲ ਜੂਨ ਦੇ ਵਿੱਚ ਜਿਹੜਾ ਮਹਾਮਾਰੀ ਦਾ ਭਿਆਨਕ ਰੂਪ ਸੀ, ਪਰ ਕਿਸਾਨਾਂ ਨੇ ਸਬਰ ਦੇ ਨਾਲ ਇੱਥੇ ਬੈਠ ਕੇ, ਉਹਨਾਂ ਨੂੰ ਵਿਸ਼ਵਾਸ ਸੀ ਕਿ ਅਸੀਂ ਇਸ ਮੋਰਚੇ ਨੂੰ ਜਿੱਤ ਕੇ ਹੀ ਜਾਵਾਂਗੇ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀ ਉਹਨਾਂ ਦੀ ਸਬਰ, ਸਿਆਣਪ, ਚਾਹੇ ਸਾਡੀ ਘੱਟ ਗਿਣਤੀ ਸੀ ਇੱਥੇ ਵੀ, ਜਦੋਂ ਤੁਸੀਂ ਜਿਵੇਂ ਕਹਿ ਰਹੇ ਆ ਕਿ ਜਦੋਂ ਸ਼ੁਰੂ ਹੋਇਆ ਸੀ ਉਦੋਂ ਲੱਖਾਂ ਦੀ ਗਿਣਤੀ ਸੀ, ਚਾਹੇ ਹੁਣ ਗਿਣਤੀ ਘੱਟ ਵੀ ਗਈ ਸੀ, ਪਰ ਸਾਡੀਆਂ ਆਤਮਾਵਾਂ, ਚਾਹੇ ਉਹ ਪੰਜਾਬ 'ਚ ਬੈਠੇ ਸੀ, ਚਾਹੇ ਉਹ ਵਿਦੇਸ਼ ਅਮਰੀਕਾ ਕੈਨੇਡਾ ਕਿਸੇ ਵੀ ਥਾਂ 'ਤੇ ਬੈਠੇ ਸੀ, ਸਾਡੀਆਂ ਪੰਜਾਬੀਆਂ ਦੀਆਂ ਆਤਮਾਵਾਂ ਇੱਥੇ ਮੋਰਚੇ ਦੇ ਉੱਪਰ ਹੀ ਸੀ। ਸੋ ਉਹਨਾਂ ਨੂੰ ਪਤਾ ਸੀ ਵੀ ਜੇ ਇੱਥੇ ਗਿਣਤੀ ਘੱਟ ਵੀ ਆ, ਪਰ ਅਸੀਂ ਇਹਨਾਂ ਨੂੰ ਹਿਲਾ ਨਹੀਂ ਸਕਦੇ ਕਿਸਾਨਾਂ ਨੂੰ। ਇਸ ਕਰਕੇ ਜਿਹੜਾ ਜਿੱਤ ਦਾ ਵੱਡਾ ਕਾਰਨ ਆ ਵੀ ਇਹ ਸਬਰ
ਧਰਤੀ ਜਿੱਤਿਆ ਔਰ ਸਾਨੂੰ ਰੱਬ ਤੇ ਯਕੀਨ ਸੀ ਕਿ ਉਹ ਸਾਡੇ ਤੇ ਸਹਾਈ ਹੋਣਗੇ ਔਰ ਹੋਇਆ ਵੀ ਉਵੇਂ ਹੀ ਵੀ ਜਿਵੇਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਉਹ ਐਲਾਨ ਹੋਇਆ। ਔਰ ਮੈਂ ਇਹਦੀ ਬਹੁਤ ਬਹੁਤ ਵਧਾਈ ਦਿੰਦਾ ਆ ਸਾਰੇ ਕਿਸਾਨਾਂ ਨੂੰ। ਔਰ ਚਲੋ ਸਾਨੂੰ ਉਸ ਪ੍ਰਧਾਨ ਮੰਤਰੀ ਦਾ ਵੀ ਧੰਨਵਾਦ ਕਰਨਾ ਚਾਹੀਦਾ ਆ ਵੀ ਜਿਹਨੂੰ ਸੱਚੇ ਪਾਤਸ਼ਾਹ ਨੇ ਸਮੱਤ ਬਖਸ਼ੀ ਔਰ ਉਹਦਾ ਹੰਕਾਰ ਟੁੱਟਾ ਔਰ ਉਹਨੇ ਘੱਟੋ ਘੱਟ ਮਾਫੀ ਤਾਂ ਮੰਗ ਲਈ ਆ ਵੀ ਜੋ ਵੀ ਫੈਸਲਾ ਉਹਨਾਂ ਨੇ ਕੀਤਾ ਸੀ ਉਹਦੀ ਆਪਾਂ ਮਾਫੀ ਮੰਗ ਕੇ ਉਹਨੂੰ ਕਾਲੇ ਕਾਨੂੰਨ ਵਾਪਸ ਲਏ ਆ। ਸੋ ਅਸੀਂ ਹੁਣ ਉਸ ਦਿਨ ਦਾ ਇੰਤਜ਼ਾਰ ਕਰਾਂਗੇ ਕਿ ਜਿਸ ਦਿਨ ਪਾਰਲੀਮੈਂਟ ਵਿੱਚ ਉਹ ਕਾਨੂੰਨ ਦੁਆਰਾ ਬਿੱਲ ਲਿਆ ਕੇ ਉਹਨਾਂ ਨੂੰ ਖਤਮ ਕੀਤਾ ਜਾਵੇ ਔਰ ਰਾਸ਼ਟਰਪਤੀ ਦੇ ਉੱਤੇ ਦਸਤਖਤ ਹੋ ਜਾਣ ਜੀ। ਤਾਂ ਜਿੱਦਾਂ ਭਾਰਤ ਪੱਖੀ ਜਿਹੜਾ ਮੀਡੀਆ ਹੈਗਾ, ਬੀਜੇਪੀ ਪੱਖੀ ਮੀਡੀਆ, ਉਹ ਸਦਾ ਹੀ ਕਹਿੰਦਾ ਸੀ ਮੋਦੀ ਹੈ ਤਾਂ ਮੁਮਕਿਨ ਹੈ, ਹਰ ਹਰ ਮੋਦੀ ਘਰ ਘਰ ਮੋਦੀ। ਉਹ ਕਹਿੰਦੇ ਸੀ ਮੋਦੀ ਇੱਕ ਅਜਿਹੀ ਸ਼ੈ ਆ ਬਈ ਜਦੋਂ ਉਹ ਹੈਗਾ ਤਾਂ ਕੁਝ ਵੀ ਹੈ, ਬਸ ਉਹ ਪਿੱਛੇ ਨਹੀਂ ਹਟਦਾ ਜੀ। ਤਾਂ ਸਰਕਾਰ ਨੇ ਬਹੁਤ ਕੁਝ ਸਿੱਧੇ ਰੂਪ 'ਚ ਕੀਤਾ। ਕਿਸਾਨ ਮੋਰਚੇ 'ਚ ਇੱਥੇ ਕੁਝ ਸ਼ਰਾਰਤੀ ਲੋਕ ਭੇਜੇ ਗਏ, ਨਸ਼ਾ ਭੇਜਿਆ ਗਿਆ, ਤੀਵੀਆਂ ਭੇਜੀਆਂ ਗਈਆਂ, ਹਥਿਆਰਾਂ ਵਾਲੇ ਬੰਦੇ ਭੇਜੇ ਗਏ, ਕਿਸਾਨਾਂ ਨੇ ਫੜੇ ਹੈਗੇ ਆ। ਸਾਨੂੰ ਯਾਦ ਆ ਇੱਥੇ ਹੀ ਪੀਸੀਆਂ ਹੁੰਦੀਆਂ ਰਹੀਆਂ ਨੇ। ਤਾਂ ਜਦ ਤੱਕ ਵੀ ਸਭ ਕੁਝ ਕਰਕੇ ਵੇਖ ਲਿਆ ਸੀ ਉਹਨਾਂ ਨੇ, ਤਾਂ ਕਿਸਾਨਾਂ ਦੇ ਵਿੱਚ ਸਿਦਕ, ਸਿਰੜ, ਭਰੋਸਾ, ਸਹਿਨਸ਼ੀਲਤਾ, ਸੰਘਰਸ਼ ਲੜਨ ਦਾ ਰੂਪ ਜਿਹੜਾ ਇਸ ਤਰ੍ਹਾਂ ਕਮਾਲ ਦਾ ਸੀਗਾ ਵੀ ਇਹਨਾਂ ਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਵੀ ਕੀਤਾ ਔਰ ਹਿੰਮਤ ਵੀ ਦਿਖਾਈ, ਹੋਸ਼ ਵੀ ਦਿਖਾਈ, ਜੋਸ਼ ਵੀ ਜਦੋਂ ਲੋੜ ਪਈ ਉਹ ਵੀ ਦਿਖਾਇਆ। ਬੈਰੀਕੇਡ ਵੀ ਤੋੜੇ, ਪਾਣੀ ਦੀਆਂ ਵਿਛਾੜਾਂ ਦੇ ਮੂੰਹ ਵੀ ਮੋੜੇ, ਗੋਲੀਆਂ ਵੀ ਖਾਧੀਆਂ, ਕੁਚਲੇ ਵੀ ਗਏ। ਤਾਂ ਸ਼ਾਇਦ ਉਹਨੂੰ ਕੋਈ ਹੋਰ ਰਾਹ ਨਹੀਂ ਸੀ ਲੱਭ ਰਿਹਾ। ਤਾਂ ਲੋਕਤੰਤਰ ਤੇ ਹੈ ਕਹਿੰਦੇ ਭਾਰਤ ਦੇ ਵਿੱਚ, ਪਰ ਲੋਕਤੰਤਰ ਜਿਹੜਾ ਇੱਕ ਸਾਲ ਨਜ਼ਰ ਨਹੀਂ ਸੀ ਆਇਆ। ਲੋਕਤੰਤਰ ਹੋਣ ਦੇ ਬਾਵਜੂਦ ਲੋਕ ਮਰ ਰਹੇ ਸੀ, ਠੰਡ 'ਚ ਬਜ਼ੁਰਗ ਮਰੇ, ਇੱਥੋਂ ਬੱਚਿਆਂ ਦੀਆਂ ਲਾਸ਼ਾਂ ਗਈਆਂ, ਬਜ਼ੁਰਗਾਂ ਦੀਆਂ ਲਾਸ਼ਾਂ ਗਈਆਂ, ਨੌਜਵਾਨਾਂ ਦੀਆਂ ਲਾਸ਼ਾਂ ਗਈਆਂ। 700 ਲਾਸ਼ਾਂ ਰੋਂਦਿਆਂ ਕਰਲਾਉਂਦਿਆਂ, ਜਕਾਰੇ ਗਜਾਉਂਦਿਆਂ, ਤਿਰੰਗਿਆਂ 'ਚ ਲਪੇਟ ਕੇ ਲੱਗਿਆ ਵੀ ਤਿਰੰਗੇ ਨੇ ਤੇ ਲਾਸ਼ਾਂ ਸਾਨੂੰ ਝੋਲੀ ਪਾਈਆਂ ਨੇ ਵੀ ਉਸੇ ਮੁਲਕ ਦੇ ਵਿੱਚ ਜਿਹੜਾ ਉਹ ਦੇਸ਼ ਦਾ ਝੰਡਾ ਝੂਲਦਾ। ਕਿਸਾਨ ਬਾਰਡਰਾਂ ਦੇ ਬੈਠੇ ਆ, ਇਹਨਾਂ ਦੇ ਨੌਜਵਾਨ ਪੁੱਤ ਆ ਜਿਹੜੇ ਉਹ ਸਰਹੱਦਾਂ ਤੇ ਰਾਖੀ ਕਰ ਰਿਹਾ। ਤਾਂ ਸ਼ਾਇਦ ਕੋਈ ਰਾਹ ਨਹੀਂ ਸੀਗਾ ਪ੍ਰਧਾਨ ਮੰਤਰੀ ਮੋਦੀ ਕੋਲ, ਕਿਉਂਕਿ ਇਹ ਆ ਵੀ ਮੈਨੂੰ ਲੱਗਦਾ ਵੀ ਬਹੁਮਤ ਹੈ ਸਰਕਾਰ ਕੋਲੇ, ਤਾਕਤ ਵੀ ਆ, ਬਹੁਮਤ ਵੀ ਆ ਔਰ ਡੰਕਾ ਬੋਲਦਾ ਬੜਾ ਸਖਤ ਆ ਜੀ ਇੱਦਾਂ। ਪਰ ਸ਼ਾਇਦ ਕੋਈ ਰਾਹ ਨਹੀਂ ਸੀ, ਤਾਂ ਅਖੀਰ ਨੂੰ ਉਹ ਇਹ ਦਿਨ ਚੁਣ ਕੇ ਤੇ ਇਹ ਚਾਲ ਚੱਲਣੀ ਪਈ ਹੈ। ਤੁਸੀਂ ਨੈਸ਼ਨਲ ਮੀਡੀਆ ਦਾ ਨਾਂ ਲਿਆ। ਮੇਰੇ ਖਿਆਲ 'ਚ ਬਹੁਤਾਤ ਜਿਹੜੇ ਨੈਸ਼ਨਲ ਮੀਡੀਆ ਵਾਲੇ ਆ ਨਾ, ਉਹਨਾਂ ਨੂੰ ਦੇਸ਼ ਪੰਜਾਬ ਦਾ ਇਤਿਹਾਸ ਨਹੀਂ ਪਤਾ। ਉਹਨਾਂ ਨੇ ਉਹ ਸਿੱਖਾਂ ਨੇ ਤਾਂ ਉਹ ਦਿਨ ਦੇਖੇ ਆ ਵੀ ਜਦੋਂ 50 ਸਾਲ ਵਿਖੜਾ ਪੈਂਡਾ ਜਿਹਨੂੰ ਕਹਿੰਦੇ ਆ, ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਗੁਜ਼ਾਰੇ ਆ। ਉਹ ਤਾਂ ਅਸੀਂ ਕਹਾਣੀਆਂ ਸੁਣਦੇ ਸੀ ਘੋੜਿਆਂ ਦੀਆਂ ਕਾਠੀਆਂ ਤੇ। ਜਦੋਂ ਇਹ ਮੋਰਚਾ ਸ਼ੁਰੂ ਹੋਇਆ ਤਾਂ ਅਸੀਂ ਉਹ ਆਪਣੇ ਨੌਜਵਾਨ ਦੇਖੇ ਜਿਹੜੇ ਕਿ ਟਰੈਕਟਰਾਂ ਦੀਆਂ ਸੀਟਾਂ ਤੇ ਬੈਠੇ ਸੁੱਤੇ ਪਏ ਸੀ, ਦਿਨ ਗੁਜ਼ਾਰ ਰਹੇ ਸੀ। ਤੇ ਉਹ ਅਸੀਂ ਸਮੇਂ ਇਤਿਹਾਸ ਦੇ ਨਾਲ ਜੋੜ ਕੇ ਉਹ ਸਮਿਆਂ ਨੂੰ ਜਦੋਂ ਦੇਖਦੇ ਹਾਂ, ਕਿਉਂਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗਾ ਹਮਲਾ ਕਰਦਾ ਸੀ ਤਾਂ ਅਸੀਂ ਗੁਰੀਲਾ ਵਾਰ ਸ਼ੁਰੂ ਕੀਤੀ। ਹਰੇਕ ਸਮੇਂ ਹਰੇਕ ਲੜਾਈ ਦਾ ਇੱਕ ਪੈਂਤੜਾ ਹੁੰਦਾ ਆ। ਜਦੋਂ ਅਸੀਂ ਉਹ ਗੁਰੀਲਾ ਲੜਾਈ ਸ਼ੁਰੂ ਕਰਕੇ ਅਬਦਾਲੀ ਦਾ ਮੂੰਹ ਤੋੜਿਆ, ਆਖਰ ਉਸ ਦੇਸ਼ ਪੰਜਾਬ ਤੋਂ ਇਸ ਹਿੰਦੁਸਤਾਨ ਤੇ ਹੁੰਦੇ ਹੋਏ ਹਮਲੇ ਅਸੀਂ ਐਨ ਪਰਮਾਨੈਂਟ ਮਹਾਰਾਜਾ ਰਣਜੀਤ ਸਿੰਘ ਨੇ ਬੰਦ ਕਰ ਦਿੱਤੇ ਔਰ ਖੈਬਰ ਦਰੇ ਤੱਕ ਖਾਲਸਾਈ ਝੰਡੇ ਝੁਲਾਏ ਗਏ ਔਰ ਅਟਕ ਦਰਿਆ ਨਹੀਂ ਸਿੱਖਾਂ ਨੂੰ ਰੋਕ ਸਕੇ। ਔਰ ਇਹ ਪਾਣੀ ਦੀਆਂ ਵਿਛਾੜਾਂ ਜਾਂ ਇਹ ਜਦੋਂ ਸੜਕਾਂ ਪੱਟਦੇ ਸੀ ਮੂਹਰੇ ਹਾਈਵੇ, ਅਸੀਂ ਪੱਟ ਕੇ ਵੀ ਇਹਨਾਂ ਕਿਸਾਨਾਂ ਨੂੰ ਰੋਕ ਲਈਏ। ਉਹ ਇਹਨਾਂ ਨੂੰ ਇਹ ਨਹੀਂ ਸੀ ਪਤਾ ਜਿਨ੍ਹਾਂ ਨੂੰ ਅਟਕ ਦਰਿਆ ਨਹੀਂ ਰੋਕ ਸਕੇ, ਇਹਨਾਂ ਦੀਆਂ ਪਾਣੀ ਦੀਆਂ ਵਿਛਾੜਾਂ ਕੀ ਰੋਕ ਸਕਦੇ ਸੀ। ਪਰ ਹਿੰਦੁਸਤਾਨ ਦੀ ਇੰਟੈਲੀਜੈਂਸ ਉਹ ਤਾਂ ਘੱਟੋ ਘੱਟ ਸਿੱਖਾਂ ਦੇ ਇਤਿਹਾਸ, ਪੰਜਾਬ ਦੇ ਇਤਿਹਾਸ ਤੋਂ ਜਾਣੂ ਸੀ। ਉਹਨਾਂ ਨੂੰ ਇਸੇ ਕਰਕੇ ਜਿਹੜਾ ਇਸ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਨਹੀਂ ਕਰਨਾ, ਕਿਸਾਨਾਂ ਨੂੰ ਠੀਕ ਹੈ। ਮੈਂ ਪੰਜਾਬ ਬਾਰ-ਬਾਰ ਕਹਿ ਰਿਹਾ ਕਿਉਂਕਿ ਇਸ ਕਿਸਾਨੀ ਬਿੱਲ ਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ, ਹਰਿਆਣਾ, ਜਦੋਂ ਇਹ ਬਿੱਲ ਉਦੋਂ ਜਿਹੜਾ ਕਾਨੂੰਨ ਬਣੇ ਸੀ ਜਦੋਂ ਪੰਜਾਬ ਇੱਕ ਸੀ, ਮਹਾ ਪੰਜਾਬ ਸੀ, ਜਿਹਦੇ 'ਚ ਹਰਿਆਣਾ ਵੀ ਇਕੱਠਾ ਹੀ ਸੀ ਔਰ ਵੈਸਟਰਨ ਯੂਪੀ। ਇਹਨਾਂ ਤਿੰਨ ਥਾਵਾਂ ਦੇ ਉੱਪਰ ਜਿਹੜਾ ਇਸ ਬਹੁਤਾਤ ਜਿਹੜਾ ਬਿੱਲ ਦੀ ਸੀ ਜਿਹੜੀ ਕਿਸਾਨਾਂ ਨੂੰ ਮਾਰ ਪੈਣੀ ਸੀ ਔਰ ਇਸ ਕਰਕੇ ਇਹਨਾਂ ਦੀ ਇੰਟੈਲੀਜੈਂਸ ਜਿਹੜੀ ਸੀ ਉਹਨਾਂ ਨੂੰ ਪਤਾ ਸੀ ਕਿ ਅਸੀਂ ਪੰਜਾਬੀਆਂ ਨੂੰ ਨਿਰਾਸ਼ ਕਰਕੇ ਜਿਹੜੀ ਆਉਣ ਵਾਲੇ ਸਮੇਂ ਵਿੱਚ ਨਾਰਥ ਵਿੱਚ ਚੀਨ ਨਾਲ ਝਗੜੇ ਆ ਜਾਂ ਹੋ ਰਿਹਾ ਉਹ ਅਸੀਂ ਨਜਿੱਠ ਨਹੀਂ ਸਕਦੇ ਹੈਗੇ। ਸੋ ਇਸ ਕਰਕੇ ਜਿਹੜਾ ਇਹ ਦਿਨ ਚੁਣਨ ਲਈ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਪਰ ਇੱਕ ਖਾਸ ਸੰਦੇਸ਼ ਆ ਵੀ ਅਸੀਂ ਇਸ ਕੌਮ ਨੂੰ, ਇਹਨਾਂ ਲੋਕਾਂ ਨੂੰ ਨਿਰਾਸ਼ ਕਰਕੇ ਅਸੀਂ ਆਪਣੇ ਦੇ ਨਾਲ ਇਕੱਠ ਕਰਕੇ ਨਹੀਂ ਰੱਖ ਸਕਦੇ ਹੈਗੇ। ਸੋ ਸ਼ਾਇਦ ਇਹਦਾ ਇੱਕ ਵੱਡਾ ਕਾਰਨ ਸੀ ਵੀ ਜਿਹੜਾ ਨਰਿੰਦਰ ਮੋਦੀ ਜੀ ਨੇ ਇਹ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਦਿਨ ਚੁਣਿਆ ਗਿਆ, ਉਹਦਾ ਇੱਕ ਮੇਨ ਕਾਰਨ ਸੀ ਜੀ। ਤਾਂ ਜਿਸ ਤਰ੍ਹਾਂ ਅਸੀਂ ਕੱਲ੍ਹ ਦਾ ਜਦੋਂ ਕਿਸਾਨ ਲੀਡਰਾਂ ਨਾਲ ਗੱਲਬਾਤ ਕਰਦੇ ਹਾਂ ਜਾਂ ਹੋਰਾਂ ਨਾਲ ਗੱਲਬਾਤ ਕਰਦੇ ਕੋਈ ਚਿੰਤਕਾਂ ਨਾਲ, ਉਹ ਕਹਿੰਦੇ ਵੀ ਠੀਕ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਤਾ, ਤਾਂ ਉਹ ਪ੍ਰਭਾਵ ਹੇਠ ਆ, ਉਹ ਇੱਕ ਚਾਲ ਆ ਜਾਂ ਉਹ
ਲਾ ਲਓ ਵੀ ਗੁਰੂ ਮਹਾਰਾਜ ਨੇ ਉਹਦੀ ਸਮੱਤ ਬਖਸ਼ੀ ਵੀ ਅੱਜ ਪ੍ਰਕਾਸ਼ ਉਤਸਵ ਹੈ ਤੇ ਪਲੈਨਿੰਗ ਕਰਕੇ ਅੱਜ ਕਰੋ, ਤਾਂ ਨਾਲ ਨਾਲ ਇਹ ਵੀ ਇੱਕ ਡਰ ਜਾਂ ਇੱਕ ਚਿੰਤਾ ਹੈ। ਉਹ ਕਹਿੰਦੇ ਵੀ ਸ਼ਾਇਦ ਇਸ ਤੋਂ ਬਾਅਦ ਪੰਜਾਬ ਦੇ ਉੱਤੇ ਕੁਝ ਵੱਡੀ ਪਲੈਨਿੰਗ ਦੇ ਨਾਲ ਹਮਲਾ ਹੋ ਸਕਦਾ, ਹਮਲਾ ਭਾਵ ਕੋਈ ਨਵੀਂ ਚਾਲ ਚੱਲੀ ਜਾ ਸਕਦੀ, ਕਿਉਂਕਿ ਸਰਕਾਰ ਕੋਲ ਤਾਕਤ ਹੈ, ਸਭ ਕੁਝ ਸਟੇਟ ਕੋਲੇ ਆ, ਤਾਂ ਸਟੇਟ ਕੁਝ ਹੋਰ ਪੰਜਾਬ ਦੇ ਉੱਤੇ ਥੋਪ ਸਕਦੀ ਹੈ ਜਿਹਦੇ ਨਾਲ ਪੰਜਾਬ ਨੂੰ ਜਕੜਿਆ ਜਾ ਸਕੇ। ਜਿੱਦਾਂ ਪੰਜਾਬ ਦੇ ਵਿੱਚ BSF ਦਾ ਅਧਿਕਾਰ ਖੇਤਰ 50 ਕਿਲੋਮੀਟਰ ਕਰਤਾ ਹੈਗਾ, ਪੰਜਾਬੀ ਜਿਹੜੀ CBSE ਸਕੂਲਾਂ ਰਾਹੀਂ ਜਿਹੜੀ ਉਹ ਖਤਮ ਕਰਨ ਦੀ ਪਲੈਨਿੰਗ ਹੈਗੀ ਆ, ਕੁਝ ਇਸ ਤਰ੍ਹਾਂ ਦਾ ਹੋ ਸਕਦਾ। ਤੁਹਾਨੂੰ ਕੀ ਜਾਪਦਾ ਵੀ ਇਹ ਕੁਝ ਪੋਸੀਬਲ ਹੋ ਸਕਦਾ ਜਾਂ ਇਹ ਸਿਰਫ ਇੱਕ ਚਿੰਤਾ ਜਾਂ ਡਰ ਹੈਗੀ ਆ? ਦੇਖੋ, ਪੰਜਾਬ ਦੇ ਉੱਪਰ ਪੰਜਾਬ ਖਿੱਤੇ ਦੀ ਇੱਕ ਵੱਖਰੀ ਪਛਾਣ ਆ। ਪੰਜਾਬ ਤੇ ਸਦੀਆਂ ਤੋਂ ਇਸ ਤਰ੍ਹਾਂ ਦੇ ਹਮਲੇ ਹੁੰਦੇ ਆਏ ਆ। ਹਾਂ, ਸਾਨੂੰ ਹਮੇਸ਼ਾ ਹੀ ਸੁਚੇਤ ਰਹਿਣਾ ਚਾਹੀਦਾ ਹੈ ਆਪਣੀ ਬੋਲੀ ਵਾਸਤੇ, ਆਪਣੇ ਸੂਬੇ ਵਾਸਤੇ, ਆਪਣੇ ਅਧਿਕਾਰਾਂ ਵਾਸਤੇ, ਕਿਉਂਕਿ ਤੁਸੀਂ ਪਿੱਛੇ ਥੋੜੇ 5-6 ਮਹੀਨੇ ਪਹਿਲਾਂ ਇੱਕ ਮਹਾਰਾਸ਼ਟਰ ਦੀ ਸਰਕਾਰ ਦੇ ਮੰਤਰੀ ਦਾ ਬਿਆਨ ਆਇਆ ਸੀ ਕਿ ਜੇ ਦੋ ਬੰਦਿਆਂ ਨੇ ਇਸ ਦੇਸ਼ ਨੂੰ ਚਲਾਉਣਾ ਆ ਤਾਂ ਫਿਰ ਸੂਬਾ ਸਰਕਾਰਾਂ ਦੀ ਲੋੜ ਕੀ ਸੀ। ਸ਼ਾਇਦ ਜੋ ਪੰਜਾਬੀਆਂ ਨੇ, ਕਿਉਂਕਿ ਜੋ 1973 1978 ਵਿੱਚ ਅਨੰਦਪੁਰ ਦਾ ਮਤਾ ਸੀ, ਉਹ ਇਹੀ ਮਤਾ ਸੀ ਕਿ ਖੁਦ ਮੁਖਤਿਆਰੀ, ਕਿ ਰਾਜਾਂ ਨੂੰ ਵੱਧ ਅਧਿਕਾਰ ਚਾਹੀਦੇ ਆ। ਸ਼ਾਇਦ ਉਦੋਂ ਉਹ ਸਾਡੀਆਂ ਗੱਲਾਂ ਇਹਨਾਂ ਨੇ ਅੱਤਵਾਦ, ਵੱਖਵਾਦ ਨਾਲ ਜੋੜ ਕੇ ਪ੍ਰਚਾਰੀਆਂ ਗਈਆਂ, ਕਿਉਂਕਿ ਉਦੋਂ ਇੰਨਾ ਸੋਸ਼ਲ ਮੀਡੀਆ ਨਾ ਹੋਣ ਕਰਕੇ ਉਹ ਜੋ ਵੀ ਖਬਰ ਦਿੰਦੇ ਸੀ ਲੋਕ ਉੱਤੇ ਯਕੀਨ ਕਰ ਲੈਂਦੇ ਸੀ। ਪਰ ਹੁਣ ਦੇਸ਼ ਦੀਆਂ ਜਦੋਂ ਵੱਖ-ਵੱਖ ਸੂਬਿਆਂ ਵਿੱਚੋਂ ਇਹ ਆਵਾਜ਼ਾਂ ਆਉਣ ਲੱਗ ਪਈਆਂ ਕਿ ਦੋ ਬੰਦੇ ਹੀ ਦੇਸ਼ ਨੂੰ ਚਲਾ ਰਹੇ ਆ, ਸਟੇਟ ਗੌਰਮੈਂਟਾਂ ਦੀਆਂ ਕੀ ਲੋੜ ਆ। ਸੋ ਪੰਜਾਬੀ ਤਾਂ ਇਹਨਾਂ ਗੱਲਾਂ ਨੂੰ ਪਹਿਲਾਂ ਹੀ ਬੜੇ ਸੁਚੇਤ ਹਨ, ਪਰ ਮੈਂ ਆਸ ਕਰਦਾ ਕਿ ਬਾਕੀ ਜਿਹੜੀਆਂ ਸੂਬੇ ਆ ਉਹ ਵੀ ਇਸ ਗੱਲੋਂ ਸੁਚੇਤ ਹੋਣ। ਤੁਸੀਂ ਆਪਣੇ ਸੂਬਿਆਂ ਦੇ ਅਧਿਕਾਰ ਜ਼ਰੂਰ ਰੱਖੋ, ਕਿਉਂਕਿ ਭਾਰਤ ਇੱਕ ਅਜਿਹਾ ਦੇਸ਼ ਆ ਜਿੱਥੇ ਸੈਂਕੜੀਆਂ ਬੋਲੀਆਂ ਹਨ, ਵੱਖਰੀਆਂ ਸੱਭਿਅਤਾ ਹਨ। ਤੁਸੀਂ ਇਹਨਾਂ ਨੂੰ ਇਕੱਠਾ ਕਰਨ ਤੇ ਵੀ ਨਹੀਂ ਇਕੱਠਾ ਕਰ ਸਕਦੇ। ਤੁਸੀਂ ਅੱਜ ਤਾਮਿਲਨਾਡੂ ਚਲ ਜਾਓ, ਕੀ ਤੁਸੀਂ ਉੱਥੇ ਜਾ ਕੇ ਹਿੰਦੀ 'ਚ ਗੱਲ ਕਰਦੇ ਆ? ਉਹਨਾਂ ਨੂੰ ਕਰਨ ਤੇ ਵੀ ਬਾਵਜੂਦ ਵੀ ਉਹ ਆਪਣੀ ਭਾਸ਼ਾ ਜਾਂ ਅੰਗਰੇਜ਼ੀ 'ਚ ਗੱਲ ਕਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੇ ਸਾਡੇ ਬੱਚੇ ਹਿੰਦੀ ਬੋਲਣ ਲੱਗ ਪਏ, ਸਾਡਾ ਕਿਸੇ ਭਾਸ਼ਾ ਦੇ ਨਾਲ ਨਹੀਂ, ਸਾਨੂੰ ਜਿੰਨੀਆਂ ਵੱਧ ਤੋਂ ਵੱਧ ਭਾਸ਼ਾਵਾਂ ਆਉਣ ਸਾਨੂੰ ਉਹ ਆਉਣੀਆਂ ਚਾਹੀਦੀਆਂ, ਪਰ ਸਾਡੇ ਤੇ ਥੋਪੀਆਂ ਨਾ ਜਾਣ। ਸੋ ਜਿਹੜਾ ਪੰਜਾਬੀ ਹੈ ਇਸ ਪ੍ਰਤੀ ਪਹਿਲਾਂ ਤੋਂ ਸੁਚੇਤ ਹੈ, ਕਿਉਂਕਿ ਸਾਡੀ ਆਪਣੀ ਵੱਖਰੀ ਪਹਿਚਾਣ ਆ, ਵੱਖਰੀ ਸੱਭਿਅਤਾ ਆ। ਇਸ ਦੇਸ਼ ਦੇ ਵਿੱਚ ਹਰ ਇੱਕ ਸੱਭਿਅਤਾ ਵਾਲੇ ਨੂੰ ਆਪਣੀ ਪਛਾਣ, ਆਪਣਾ ਡੰਡਾ ਕਾਇਮ ਰੱਖਣਾ ਪਊਗਾ, ਤਾਈਓ ਤੁਸੀਂ ਲੰਬੇ ਸਮੇਂ ਤੱਕ ਆਪਣੀ ਬੋਲੀ, ਆਪਣੀ ਸੱਭਿਅਤਾ ਨੂੰ ਕਾਇਮ ਰੱਖ ਸਕਦੇ ਆ। ਸੋ ਪੰਜਾਬੀਆਂ ਦਾ ਵੀ ਇਹ ਜਿਹੜਾ ਡਰ ਆ, ਇਹ ਉਸੇ ਕੜੀ ਦਾ ਹਿੱਸਾ ਆ ਕਿ ਅਸੀਂ ਆਪਣੀ ਬੋਲੀ, ਆਪਣੀ ਸੱਭਿਅਤਾ ਨੂੰ ਨਹੀਂ ਛੱਡ ਸਕਦੇ। ਗੁਰੂਆਂ ਪੀਰਾਂ ਦੀ ਸਾਡੀ ਇਹ ਧਰਤੀ ਆ, ਅਸੀਂ ਇਹਨੂੰ ਹਮੇਸ਼ਾ ਹੀ ਆਪਣੇ ਤਰੀਕੇ ਦੇ ਨਾਲ ਜਿਉਣ ਦਾ ਅਸੀਂ ਹੱਕ ਰੱਖਦੇ ਹਾਂ। ਤਾਂ ਇਲੈਕਸ਼ਨ ਸਿਰ ਤੇ ਆ ਜੀ, ਕਈ ਰਾਜਾਂ 'ਚ ਇਲੈਕਸ਼ਨ ਆ, ਪੰਜਾਬ 'ਚ ਵੀ ਆ, ਤਾਂ ਬਹੁਤ ਸਾਰੇ ਰਾਜਾਂ ਨੇ, ਭਾਰਤ ਦੇ ਲਗਭਗ ਹਰ ਰਾਜ ਦੇ ਵਿੱਚੋਂ ਕਿਸਾਨਾਂ ਨੇ ਜਿਹੜਾ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ, ਤਨ ਕਰਕੇ, ਮਨ ਕਰਕੇ, ਧਨ ਕਰਕੇ, ਕਿਸੇ ਬਹੁਤਾ ਪਾਤਾ, ਕਿਸੇ ਥੋੜਾ ਪਾਤਾ। ਪੰਜਾਬ 'ਚ ਇਲੈਕਸ਼ਨ ਆ। ਅੱਜ ਤੋਂ 1 ਸਾਲ ਪਹਿਲਾਂ ਜਦੋਂ ਇਹ ਖੇਤੀ ਕਾਨੂੰਨ ਨਹੀਂ ਸੀ ਥੋਪੇ ਗਏ ਕਿਸਾਨਾਂ ਦੇ ਉੱਤੇ, ਜਿਹੜੇ ਥੋਪਣ ਦੀ ਕੋਸ਼ਿਸ਼ ਜਿਹੜੀ ਸੀਗੀ, ਤਾਂ ਉਦੋਂ ਤੱਕ BJP ਜਿਹੜੀ ਹੈ, ਜਿਹੋ ਜੀ ਕਾਂਗਰਸ ਸੀ ਉਹ ਜੀ BJP ਸੀ, ਜਿਹੋ ਜਿਹਾ ਅਕਾਲੀ ਦਲ, ਆਪ, ਸਪਾ, ਬਸਪਾ ਉਹ ਜੀ ਸੀ ਵੀ ਇੱਕ ਸਿਆਸੀ ਪਾਰਟੀ ਹੈ। ਪਰ ਇਹ ਕਾਨੂੰਨ ਆਉਣ ਤੋਂ ਬਾਅਦ ਜਿਹੜੀ ਹੈ BJP ਦੀ ਵਿਰੋਧਤਾ, ਜਿਹੜੀ ਇੱਕ ਡਿਕਟੇਟਰ ਪਾਰਟੀ, ਲੋਕਾਂ ਦੇ ਹੱਕ ਖੋਹਣ ਵਾਲੀ ਪਾਰਟੀ, ਕਾਤਲ ਪਾਰਟੀ, ਇੱਦਾਂ ਦਾ ਜਿਹੜੇ ਕਿਸਾਨ ਲੀਡਰ ਵੀ ਕਹਿੰਦੇ ਰਹੇ ਆ। ਕੀ ਜਾਪਦਾ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਪੰਜਾਬ ਦੇ ਵਿੱਚ ਜਾਂ ਬਾਕੀ ਰਾਜਾਂ ਦੇ ਵਿੱਚ ਲੋਕ ਇਸ ਪਾਰਟੀ ਨੂੰ ਬਾਕੀਆਂ ਵਾਂਗ ਜਾਂ ਪਹਿਲਾਂ ਵਾਂਗ ਆਮ ਵਾਂਗ ਅਪਣਾ ਲੈਣਗੇ ਜਾਂ ਅਜੇ ਵੀ ਹਾਸ਼ੀਏ ਤੇ ਰਹੇਗੀ? ਦੇਖੋ, 2014 ਵਿੱਚ ਜਦੋਂ ਮੋਦੀ ਦੀ ਘਰ ਘਰ ਮੋਦੀ, ਹਰ ਹਰ ਮੋਦੀ ਕਹਿੰਦੇ ਸੀ, ਪੰਜਾਬੀਆਂ ਨੇ ਤਾਂ ਉਦੋਂ ਵੀ ਉਹਨੂੰ ਪ੍ਰਵਾਨ ਨਹੀਂ ਕੀਤਾ। ਹੁਣ ਤਾਂ ਉਸ ਨੂੰ ਬਹੁਤ ਹੀ ਔਖਾ ਆ ਕਿ ਸਾਡਾ ਐਡਾ ਡਰ ਵੱਧ ਗਿਆ ਕਿ ਇਹਨਾਂ ਨੇ ਹੌਲੀ ਹੌਲੀ ਘੁੰਮਾ ਕੇ, ਕਿਉਂਕਿ ਇਹਨਾਂ ਸਟੇਟਸ ਕੋਲ ਇੰਨੀਆਂ ਕੁ ਤਾਕਤਾਂ ਹੁੰਦੀਆਂ ਆ, ਇਹ ਹਰ ਹੀਲੇ ਵਸੀਲੇ ਆਪਣੀਆਂ ਗੱਲਾਂ ਨੂੰ ਪਗਾਉਣ ਲਈ ਆਪਣੀ ਟਿੱਲ ਲਾਊਗੀਆਂ। ਔਰ ਮੇਰੇ ਖਿਆਲ ਨਹੀਂ ਪੰਜਾਬ ਦੇ ਵਿੱਚ BJP ਨੂੰ ਲੋਕ ਮੂੰਹ ਲਾਉਣਗੇ, ਕਿਉਂਕਿ ਜੋ ਉਹਨਾਂ ਦੀਆਂ ਪਾਲਿਸੀਆਂ ਆ, ਉਹਨਾਂ ਦੀਆਂ ਪਾਲਿਸੀਆਂ ਕਰਕੇ ਪੰਜਾਬੀ ਪਹਿਲਾਂ ਹੀ ਬਹੁਤ ਸੁਚੇਤ ਹੋ ਚੁੱਕੇ ਆ। ਔਰ ਮੈਂ ਅੱਗੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਨੂੰ ਅਜਿਹੋ ਜਿਹੀ ਰਾਜਨੀਤਿਕ ਸਾਡੇ ਲੋਕ ਆਉਣ, ਉਹ ਕਿਤੇ ਵੀ ਆਉਣ, ਪਰ ਜਿਹੜਾ ਘੱਟੋ ਘੱਟ ਪੰਜਾਬ ਦੀ ਕਿਸਾਨੀ, ਪੰਜਾਬ ਦੇ ਭਲੇ ਲਈ, ਪੰਜਾਬੀ ਬੋਲੀ ਲਈ ਉਹ ਤਤਪਰ ਰਹਿਣ, ਕਿ ਸਾਨੂੰ ਇੰਨੇ ਡੂੰਘਾਈ ਵਿੱਚ ਨਾ ਸੜ ਦੇਣ ਕਿ ਮੁੜ ਕੇ ਸਾਨੂੰ ਸਦੀਆਂ ਹੀ ਲੱਗ ਜਾਣ ਕਿ ਆਪਣੇ ਖਿੱਤੇ ਵਿੱਚ ਵਾਪਸ ਆਉਣ ਨੂੰ, ਆਪਣੀ ਭਾਸ਼ਾ ਨੂੰ ਉਜਾਗਰ ਰੱਖਣ ਦੇ ਲਈ, ਆਪਣੀ ਪੰਜਾਬੀ ਮਾਂ ਬੋਲੀ ਨੂੰ ਔਰ ਆਪਣੀ ਕਿਸਾਨੀ ਨੂੰ। ਕਿਉਂਕਿ ਇਸ ਦੇਸ਼ ਦਾ ਜੋ ਨੈਸ਼ਨਲ ਮੀਡੀਆ, ਉਹਨੇ ਕਿਸਾਨੀ ਦੀ ਪਿਕਚਰ ਇਹ ਬਣਾਈ ਸੀ ਵੀ ਪੰਜਾਬੀ ਜਿਹੜੇ ਕਿਸਾਨ ਹੁੰਦੇ, ਇਹਨਾਂ ਦੇ ਫਟੇ ਕੱਪੜੇ ਹੁੰਦੇ ਆ, ਫਟੀ ਜੀ ਧੋਤੀ ਹੁੰਦੀ, ਤੇ ਇਹਨਾਂ ਦੇ ਹੱਥ ਪੈਰ 'ਚ ਐਨ ਵਿਆਹੀਆਂ ਹੁੰਦੀਆਂ, ਫਟੇ ਹੁੰਦੇ ਆ।
ਉਹ ਜਦੋਂ ਪੰਜਾਬ ਹਰਿਆਣੇ ਦਾ ਕਿਸਾਨ ਉਹਨਾਂ ਨੇ ਦੇਖਿਆ ਵੀ ਇਹ ਤਾਂ ਵੱਡੇ ਵੱਡੇ ਟਰੈਕਟਰ ਲਈ ਫਿਰਦੇ ਆ, ਇਹ ਤਾਂ ਆਪਣੇ ਕਹ ਲਓ ਵੀ ਹੈਲੀਕਾਪਟਰ ਵੀ ਆਪਣੇ ਕਰਕੇ ਲੈ ਕੇ ਆ ਰਹੇ ਆ, ਤੇ ਉਹ ਇਸ ਕਰਕੇ ਉਹਨਾਂ ਨੂੰ ਇਹ ਸਾਡੇ ਨਾਲ ਜੈਲਸ ਵੀ ਹੋਈ ਵੀ ਇਹ ਕਿਸਾਨ ਇਦਾਂ ਦੇ, ਇਹ ਤਾਂ 에ਅਰ ਕੰਡੀਸ਼ਨ 'ਚ ਸੌਣ ਵਾਲੇ ਆ। ਤੁਸੀਂ ਪਿੱਛੇ ਦੇਖਿਆ ਸੀ ਨੈਸ਼ਨਲ ਮੀਡੀਆ ਤੇ ਉਹਨੇ ਕੁਐਸਚਨ ਕੀਤਾ ਸੀ ਕਿ ਤੁਸੀਂ 에ਅਰ ਕੰਡੀਸ਼ਨ 'ਚ ਸੁੱਤੇ ਆ। ਉਹਨਾਂ ਨੂੰ ਤਾਂ ਕਿਸਾਨਾਂ ਦੇ 에ਅਰ ਕੰਡੀਸ਼ਨ 'ਚ ਸੌਣ ਦਾ ਵੀ ਡਰ ਪਿਆ ਹੋਇਆ ਵੀ ਇਹ ਸੌਂਦੇ ਕਿਉਂ ਆ 에ਅਰ ਕੰਡੀਸ਼ਨ 'ਚ। ਸੋ ਸਾਨੂੰ ਆਪਣੀ ਕਿਸਾਨੀ ਨੂੰ ਬਚਾ ਕੇ ਰੱਖਣ ਦੇ ਲਈ, ਆਪਣੀ ਬੋਲੀ ਨੂੰ, ਆਪਣੇ ਖਿੱਤੇ ਨੂੰ, ਆਪਣੀ ਸੱਭਿਅਤਾ ਨੂੰ ਬਚਾ ਕੇ ਰੱਖਣ ਲਈ ਜੋ ਸਾਡੇ ਸਿਆਸੀ ਹਨ ਉਹਨਾਂ ਨੂੰ ਤਤਪਰ ਰਹਿਣਾ ਚਾਹੀਦਾ। ਉਹਨਾਂ ਨੂੰ ਘੱਟੋ ਘੱਟ ਉਹ ਸਮਝੌਤੇ ਕਰਨੇ ਚਾਹੀਦੇ ਆ ਜੇ ਹਿੰਦੁਸਤਾਨ ਸਟੇਟ 'ਚ ਰਹਿਣਾ ਆ, ਤੇ ਵੀ ਜਿਹਦੇ ਨਾਲ ਸਾਡੀ ਭਾਸ਼ਾ, ਸਾਡੀ ਕਿਸਾਨੀ ਉਹ ਨਾ ਮਰੇ। ਬਸ ਇਹੀ ਸਾਰੇ ਦਰਸ਼ਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ। ਤੁਸੀਂ ਇਹ ਜੋ ਲੜਾਈ ਸਬਰ ਨਾਲ ਤੁਸੀਂ ਜਿੱਤੀ ਆ, ਸ਼ਲਾਘਾਯੋਗ ਆ। ਸਾਰੀਆਂ ਕਿਸਾਨ ਜਥੇਬੰਦੀਆਂ ਔਰ ਉਹ ਸਾਰੇ ਹੀ ਕਿਸਾਨ ਪੂਰੇ ਦੇਸ਼ ਵਿੱਚੋਂ ਇੱਥੇ ਆ ਕੇ ਮੋਰਚੇ 'ਚ ਜਿਨ੍ਹਾਂ ਨੇ ਪੂਰਾ ਹਿੱਸਾ ਪਾਇਆ, ਦੇਸ਼ ਵਿਦੇਸ਼ ਤੋਂ ਲੋਕਾਂ ਨੇ ਬੈਠ ਕੇ, ਸੰਗਤਾਂ ਨੇ ਇੱਥੇ ਲੰਗਰਾਂ ਵਿੱਚ ਹਿੱਸਾ ਪਾ ਕੇ ਲੰਗਰ ਚੱਲਦੇ ਰੱਖੇ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆ। ਔਰ ਅਸੀਂ ਆਸ ਕਰਦੇ ਕਿ ਬਹੁਤ ਜਲਦ ਹੀ ਪਾਰਲੀਮੈਂਟ ਵਿੱਚ ਇਹ ਕਾਨੂੰਨ ਆਉਣ ਤੇ ਉਹਨਾਂ ਨੂੰ ਖਤਮ ਕਰਕੇ ਰਾਸ਼ਟਰਪਤੀ ਦੀ ਮੋਹਰ ਲੱਗਣ ਔਰ ਕਿਸਾਨ ਸਾਡੇ ਆਪਣੇ ਆਪਣੇ ਘਰਾਂ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਦੇ ਨਾਲ ਖੁਸ਼ੀਆਂ ਨਾਲ ਜੀਵਨ ਬਤੀਤ ਕਰਨ ਜੀ। ਬਹੁਤ ਬਹੁਤ ਸ਼ੁਕਰੀਆ। ਇਹਨੇ ਬਲਜਿੰਦਰ ਸਿੰਘ ਹੁਸੈਨਪੁਰ ਪੰਜਾਬ ਦੇ ਚਿੰਤਕ ਆ। ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਤੋਂ ਬਾਅਦ ਬਹੁਤ ਸਾਰੀ ਚਰਚਾ ਜਿਹੜੀ ਆ ਹਰ ਇੱਕ ਦੁਨੀਆ ਦੇ ਇਨਸਾਨ ਦੇ ਮਨ ਦੇ ਵਿੱਚ ਹੋਏਗੀ ਵੀ ਆਖਿਰ ਮੋਦੀ ਏਡੀ ਛੇਤੀ ਮੰਨ ਕਿਵੇਂ ਗਿਆ, ਜਦੋਂ ਜਿਹੜਾ ਬੰਦਾ 1 ਸਾਲ ਨਾ ਮੰਨਿਆ ਹੋਵੇ, ਜਿਹੜਾ ਭਾਰਤੀ ਹੁਕੂਮਤ ਦਾ ਬਸ਼ਿੰਦਾ ਉਹ ਲਗਾਤਾਰ ਇਗਨੋਰ ਕਰਦਾ ਰਿਹਾ ਹੋਵੇ ਔਰ ਇਹ ਕਹਿੰਦਾ ਰਿਹਾ ਵੀ ਕਾਨੂੰਨ ਬੜੇ ਚੰਗੇ ਆ, ਤੁਹਾਨੂੰ ਸਮਝ ਨਹੀਂ ਆਉਂਦੇ। ਇਹ ਗੱਲ ਕੱਲ ਵੀ ਦੁਹਰਾਈ ਗਈ ਆ ਵੀ ਇਹਨਾਂ ਨੂੰ ਸਮਝ ਨਹੀਂ ਆਇਆ, ਅਸੀਂ ਤਾਂ ਵਾਪਸ ਲੈ ਰਹੇ ਆ। ਇਹ ਨਹੀਂ ਕਿਹਾ ਗਿਆ ਵੀ ਕਾਨੂੰਨ ਮਾੜੇ ਸੀ ਜਾਂ ਕਾਨੂੰਨ ਨੁਕਸਾਨਦੇਹ ਸੀ। ਇਹ ਵੀ ਇੱਕ ਗੱਲ ਸਮਝਣ ਵਾਲੀ ਹੈ, ਨੁਕਤਾ ਫੜਨ ਵਾਲਾ ਹੈਗਾ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ, ਕਿੰਨੀ ਤਰੀਕ ਨੂੰ ਜਿਹੜਾ ਹੈਗਾ ਉਹ ਸੰਸਦ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਲਿਖਤ ਤੌਰ ਤੇ ਰੱਦ ਕਰਨ ਦਾ ਜਿਹੜਾ ਮਤਾ ਪਾਸ ਕੀਤਾ ਜਾਊਗਾ, ਕਦੋਂ ਇਹ ਜਿਹੜੇ ਸ਼ੈੱਡ ਹੈਗੇ ਆ, ਟੈਂਟ ਹੈਗੇ ਜਿਹੜੇ ਇੱਥੇ ਨਿਸ਼ਾਨ ਸਾਹਿਬ ਝੂਲ ਰਹੇ ਆ, ਨਿਹੰਗ ਸਿੰਘ ਫੌਜਾਂ ਡਟੀਆਂ ਹੋਈਆਂ ਨੇ, ਕਦੋਂ ਉਸੇ ਤਰ੍ਹਾਂ ਜਿਵੇਂ ਆਏ ਸੀ ਘੋੜਿਆਂ ਦੇ ਉੱਤੇ ਜਕਾਰੇ ਗਜਾਉਂਦੇ, ਨਗਾਰੇ ਵਜਾਉਂਦੇ, ਹੁਣ ਜਿੱਤ ਕੇ ਜਾਣਗੇ, ਅਸੀਂ ਤੁਹਾਨੂੰ ਜ਼ਰੂਰ KTV ਦੇ ਉੱਤੇ ਦਿਖਾਵਾਂਗੇ। ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।